ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰਸ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਸਭ ਤੋਂ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਭਾਰਤੀ ਮੂਲ ਦੇ 4 ਵਿਦਿਆਰਥੀਆਂ ਦੀ ਟਰੂਮੈਨ ਸਕਾਲਰਸ਼ਿਪ 2022 ਲਈ ਹੋਈ ਚੋਣ। ਰੂਸ ਦੀ ਚੇਤਾਵਨੀ ਦੇ ਬਾਵਜੂਦ ਟਰੂਡੋ ਨੇ ਸਵੀਡਨ ਫਿਨਲੈਂਡ ਦੇ ਨਾਟੋ 'ਚ ਸ਼ਾਮਿਲ ਹੋਣ ਦਾ ਕੀਤਾ ਸਮਰਥਨ। ਐਰੀਜ਼ੋਨਾ ਵਿੱਚ ਅੱਗ ਲੱਗਣ ਨਾਲ 20,000 ਤੋਂ ਵੱਧ ਏਕੜ ਜੰਗਲ ਸੜ ਕੇ ਹੋਏ ਸੁਆਹ। ਹੰਗਾਮੀ ਸਥਿਤੀ ਦਾ ਐਲਾਨ। ਜੈਸਿੰਡਾ ਨੇ ਚੀਨ ਨਾਲ ਮਜ਼ਬੂਤ ਸਬੰਧ ਬਣਾਉਣ ਦਾ ਕੀਤਾ ਐਲਾਨ। ਭਾਰਤ ਆਸਟ੍ਰੇਲੀਆ ਦੀ ਵਧੀ ਚਿੰਤਾ। ਇਟਲੀ ਗੁਰਦੁਆਰਾ ਸਾਹਿਬ ਤੋਂ ਵੱਖ-ਵੱਖ ਸੰਸਥਾਵਾਂ ਦੁਆਰਾ ਯੂਕਰੇਨ ਦੀ ਮਦਦ ਲਈ ਸਮਾਨ ਜਾਰੀ। ਟਰੰਪ ਸਮਰਥਕਾਂ ਨੇ ਮੱਧਕਾਲੀ ਚੋਣਾਂ ਤੋਂ ਪਹਿਲਾਂ ਮਾਰਚ ਦੇ ਅੰਤ ਤੱਕ $12.40 ਕਰੋੜ ਫੰਡ ਜੁਟਾਇਆ। ਹੁਣ ਖਬਰਾਂ ਦਾ ਵਿਸਥਾਰ। ਅਮਰੀਕਾ ਦੇ 53 ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਜਨਤਕ ਸੇਵਾ ਖੇਤਰ ਵਿੱਚ ਅਗਵਾਈ ਕਰਨ ਦੇ ਚਾਹਵਾਨ ਜਿਨ੍ਹਾਂ 58 ਲੋਕਾਂ ਨੂੰ ਟਰੂਮੈਨ ਸਕਾਲਰਸ਼ਿਪ 2022 ਵਜੋਂ ਚੁਣਿਆ ਗਿਆ ਹੈ, ਉਹਨਾਂ ਵਿੱਚੋਂ 4 ਭਾਰਤੀ ਨੇ। ਭਾਰਤੀ ਅਮਰੀਕੀ ਟਰੂਮੈਨ ਸਕਾਲਰਸ਼ਿਪ ਵਿੱਚ ਅਮੀਸ਼ਾ ਕੇ ਕੰਬਾਤ, ਈਸ਼ਿਕਾ ਕੌਲ, ਅਵੀ ਗੁਪਤਾ ਅਤੇ ਪਾਵ ਜੈਨ ਸ਼ਾਮਿਲ ਨੇ। ਸਕਾਲਰਸ਼ਿਪ ਪ੍ਰਦਾਤਾ ਦੀ ਵੈਬਸਾਈਟ ਅਨੁਸਾਰ ਇਹਨਾਂ ਖੋਜਕਰਤਾਵਾਂ ਨੂੰ ਮਾਸਟਰਸ ਦੀ ਪੜ੍ਹਾਈ ਲਈ $30,000 ਦੀ ਰਾਸ਼ੀ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਲੀਡਰਸ਼ਿਪ ਸਿਖਲਾਈ, ਕੈਰੀਅਰ ਕਾਉਂਸਲਿੰਗ ਅਤੇ ਸੰਘੀ ਸਰਕਾਰ ਵਿੱਚ ਰੋਜ਼ਗਾਰ ਦੇ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ ਜਾਣਗੇ। ਟਰੂਮੈਨ ਸਕਾਲਰਸ਼ਿਪ ਅਮਰੀਕਾ ਵਿੱਚ ਜਨਤਕ ਸੇਵਾ ਦੇ ਚਾਹਵਾਨ ਨੇਤਾਵਾਂ ਲਈ ਇੱਕ ਪ੍ਰਮੁੱਖ ਅੰਡਰ ਗ੍ਰੈਜੂਏਟ ਸਕਾਲਰਸ਼ਿਪ ਹੈ ਜੋ ਉਹਨਾਂ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਅਸਾਧਾਰਨ ਲੀਡਰਸ਼ਿਪ ਸਮਰੱਥਾ ਹੈ ਅਤੇ ਜੋ ਸਰਕਾਰੀ, ਗੈਰ ਲਾਭਕਾਰੀ ਜਾਂ ਪਰਉਪਕਾਰੀ ਖੇਤਰਾਂ, ਅਕਾਦਮਿਕ ਜਾਂ ਜਨਤਕ ਸੇਵਾ ਦੇ ਹੋਰ ਖੇਤਰਾਂ ਵਿੱਚ ਕੈਰੀਅਰ ਬਣਾਉਣ ਲਈ ਵਚਨਬੱਧ ਨੇ। ਇਹ ਸਕਾਲਰਸ਼ਿਪ ਸਾਬਕਾ ਰਾਸ਼ਟਰਪਤੀ ਹੈਰੀ ਐਸ ਟਰੂਮੈਨ ਦੀ ਯਾਦ ਵਿੱਚ ਦਿੱਤੀ ਜਾਂਦੀ ਹੈ। ਕੈਲੀਫੋਰਨੀਆ ਦੀ ਅਮੀਸ਼ਾ ਹਾਰਵਰਡ ਯੂਨੀਵਰਸਿਟੀ ਵਿੱਚ ਸਮਾਜਿਕ ਅਧਿਐਨ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕਰ ਰਹੀ ਹੈ, ਜਦੋਂ ਕਿ ਨਿਊ ਜਰਸੀ ਦੀ ਇਸ਼ਿਕਾ ਵੈਲੇਸਲੇ ਕਾਲਜ ਵਿੱਚ ਅਰਥ ਸ਼ਾਸਤਰ ਅਤੇ ਸ਼ਾਂਤੀ ਅਤੇ ਨਿਆਂ ਦੀ ਪੜ੍ਹਾਈ ਕਰ ਰਹੀ ਹੈ। ਓਰੇਗਨ ਦੀ ਅਵੀ ਅਮਰੀਕੀ ਰਾਜਨੀਤੀ ਅਤੇ ਨਕਲੀ ਬੁੱਧੀ AI ਵਿੱਚ ਮਹਾਰਤ ਦੇ ਨਾਲ ਹੀ ਰਾਜਨੀਤੀ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਦੀ ਪੜ੍ਹਾਈ ਕਰ ਰਹੀ ਹੈ। ਪੈਨਸਿਲਵੇਨੀਆ ਦੇ ਭਾਵ ਗਲੋਬਲ ਹੈਲਥ ਕੇਅਰ ਸਿਸਟਮ ਅਤੇ ਕਲੀਨਿਕਲ ਕੇਅਰ ਨੂੰ ਬਦਲਣ ਵਿੱਚ ਦਿਲਚਸਪੀ ਰੱਖਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਓਟਾਵਾ ਸਵੀਡਨ ਅਤੇ ਫਿਨਲੈਂਡ ਦੇ ਨਾਟੋ ਵਿੱਚ ਸ਼ਾਮਿਲ ਹੋਣ ਦੇ ਹੱਕ ਵਿੱਚ ਹੈ। ਟਰੂਡੋ ਨੇ ਵੀਰਵਾਰ ਨੂੰ ਓਟਾਵਾ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਸਵੀਡਨ ਅਤੇ ਫਿਨਲੈਂਡ ਨਾਲ ਨਾਟੋ ਵਿੱਚ ਸ਼ਾਮਿਲ ਹੋਣ ਲਈ ਗੱਲਬਾਤ ਚੱਲ ਰਹੀ ਹੈ ਅਤੇ ਕੈਨੇਡਾ ਯਕੀਨੀ ਤੌਰ ਤੇ ਇਸ ਦਾ ਬਹੁਤ ਸਮਰਥਨ ਕਰਦਾ ਹੈ। ਪਿਛਲੇ ਹਫ਼ਤੇ US ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਫਿਨਲੈਂਡ ਨੇ ਸਵੀਡਨ ਨੂੰ ਨਾਟੋ ਵਿੱਚ ਮੈਂਬਰਸ਼ਿਪ ਲਈ ਸਾਂਝੇ ਤੌਰ ਤੇ ਅਰਜ਼ੀ ਦਾਇਰ ਕਰਨ ਲਈ ਸੱਦਾ ਦਿੱਤਾ ਸੀ। ਇੱਕ ਸੰਸਦ ਮੈਂਬਰ ਨੇ ਵੀਰਵਾਰ ਨੂੰ ਕਿਹਾ ਕਿ ਹੈਲਸਿੰਕੀ ਆਉਣ ਵਾਲੇ ਹਫ਼ਤਿਆਂ ਵਿੱਚ ਮੈਂਬਰਸ਼ਿਪ ਲਈ ਅਰਜ਼ੀਆਂ ਦਾਇਰ ਕਰੇਗਾ। ਬੁੱਧਵਾਰ ਨੂੰ ਰੂਸੀ ਵਿਦੇਸ਼ ਮੰਤਰਾਲੇ ਦੀ ਬਲਾਰਨ ਮਾਰੀਆ ਜ਼ੁਖਾਰੋਵਾ ਨੇ ਕਿਹਾ ਕਿ ਰੂਸ ਨੇ ਸਵੀਡਨ ਅਤੇ ਫਿਨਲੈਂਡ ਨੂੰ ਨਾਟੋ ਵਿੱਚ ਸ਼ਾਮਿਲ ਹੋਣ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਹੈ। ਅਮਰੀਕੀ ਰਾਜਾ ਦੇ ਸੰਗਠਨ OAS ਨੇ 25-0 ਨਾਲ ਵੋਟਿੰਗ ਕਰਕੇ ਸਥਾਈ ਨਿਗਰਾਨ ਵਜੋਂ ਰੂਸ ਦੇ ਰੁਤਬੇ ਨੂੰ ਮੁਅੱਤਲ ਕਰ ਦਿੱਤਾ ਹੈ। OAS ਵਿੱਚੋਂ ਸੇਂਟ ਲੂਇਸ ਦੇ ਰਾਜਦੂਤ ਐਲਿਜ਼ਾਬੈਥ ਡੇਰੀਅਸ ਕਲੇਅਰ ਨੇ ਵੋਟਿੰਗ ਤੋਂ ਬਾਅਦ ਇਹ ਘੋਸ਼ਣਾ ਕੀਤੀ। ਡੇਰੀਅਸ ਕਲੇਅਰ ਨੇ ਕਿਹਾ ਕਿ ਸਥਾਈ ਕੌਂਸਲ ਇਸ ਦੁਆਰਾ ਅਮਰੀਕੀ ਰਾਜਾਂ ਦੇ ਸੰਗਠਨ ਦੇ ਸਥਾਈ ਨਿਗਰਾਨ ਵਜੋਂ ਰੂਸੀ ਸੰਘ ਦੀ ਸਥਿਤੀ ਨੂੰ ਮੁਅੱਤਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੀ ਹੈ। ਪ੍ਰਸਤਾਵ ਦੇ ਪੱਖ ਵਿੱਚ 25 ਵੋਟਾਂ ਪਈਆਂ ਜਦਕਿ ਕਿਸੇ ਨੇ ਵਿਰੋਧ ਨਹੀਂ ਕੀਤਾ। 8 ਦੇਸ਼ਾਂ ਨੇ ਵੋਟ ਨਹੀਂ ਪਾਈ ਅਤੇ ਇੱਕ ਦੇਸ਼ ਨਿਕਾਰਾਗੁਆ ਗੈਰ ਹਾਜ਼ਰ ਰਿਹਾ। ਵੋਟਿੰਗ ਤੋਂ ਬਾਅਦ ਅਮਰੀਕਾ ਵਿੱਚ ਰੂਸੀ ਰਾਜਦੂਤ ਅਨਾਤੋਲੀ ਔਨਟੇਵਨੋਵ ਨੇ ਕਿਹਾ ਕਿ OAS ਦਸਤਾਵੇਜ਼ ਤੋਂ ਵੋਟਿੰਗ ਤੋਂ ਪਹਿਲਾਂ ਜਾਂ ਬਾਅਦ ਵਿੱਚ ਉਹਨਾਂ ਨੂੰ ਮੀਟਿੰਗ ਵਿੱਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਪ੍ਰਕਾਸ਼ਨ ਦੇ ਸਮੇਂ ਐਂਟੋਨੋਵ ਨੇ OAS ਤੋਂ ਇਸ ਬਾਰੇ ਟਿੱਪਣੀ ਕਰਨ ਦੀ ਬੇਨਤੀ ਦਾ ਜਵਾਬ ਨਹੀਂ ਮਿਲਿਆ ਸੀ ਕਿ ਐਂਟੋਨੋਵ ਨੂੰ ਬੋਲਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਸੀ। ਐਂਟੋਨੋਵ ਨੇ OAS ਦੇ ਫੈਸਲੇ ਦੀ ਨਿੰਦਾ ਕੀਤੀ, ਇਸ ਨੂੰ ਇੱਕ ਗੰਭੀਰ ਗਲਤੀ ਦੱਸਿਆ। ਅਗਲੀ ਖਬਰ। ਕੋਕੋਨੀਨੋ ਕਾਉਂਟੀ ਵਿੱਚ ਐਰੀਜ਼ੋਨਾ ਦੇ ਜੰਗਲ ਵਿੱਚ ਲੱਗੀ ਭਿਆਨਕ ਅੱਗ ਦੇ ਸਿੱਟੇ ਵਜੋਂ 20,000 ਏਕੜ ਤੋਂ ਵੱਧ ਰਕਬਾ ਸੜ ਕੇ ਸੁਆਹ ਹੋ ਗਿਆ। ਗਵਰਨਰ ਡੌਗ ਡੂਸੇ ਨੇ ਹਾਲਾਤ ਦੇ ਮੱਦੇਨਜ਼ਰ ਹੰਗਾਮੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਅੱਗ ਫਲੈਗਸਟਾਫ ਨੇੜੇ ਲੱਗੀ ਹੈ ਜਿਸ ਵਿੱਚ ਘੱਟੋ-ਘੱਟ 2 ਦਰਜਨ ਇਮਾਰਤਾਂ ਤਬਾਹ ਹੋ ਗਈਆਂ ਨੇ ਤੇ ਸੈਂਕੜੇ ਘਰਾਂ ਦੇ ਵਸਨੀਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ।
ਗਵਰਨਰ ਨੇ ਕਿਹਾ ਹੈ ਕਿ ਤੇਜ਼ ਹਵਾਵਾਂ ਨੇ ਅੱਗ ਉੱਪਰ ਤੇਲ ਪਾਉਣ ਦਾ ਕੰਮ ਕੀਤਾ ਤੇ ਅੱਗ ਤੇਜ਼ੀ ਨਾਲ ਫੈਲੀ ਹੈ। ਉਹਨਾਂ ਕਿਹਾ ਕਿ ਅੱਗ ਉੱਪਰ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਵਰਨਰ ਨੇ ਖੇਤਰ ਵਿਚਲੇ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਤੇ ਉਹਨਾਂ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਨ। ਉਹਨਾਂ ਨੇ ਕਿਹਾ ਕਿ ਸਥਿਤੀ ਉੱਪਰ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਤੇ ਲੋੜ ਪੈਣ ਤੇ ਹੋਰ ਲੋੜੀਂਦੀ ਮਦਦ ਮੰਗਵਾਈ ਜਾਵੇਗੀ। ਕੋਕੋਨੀਨੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਪ੍ਰਧਾਨ ਪੈਟਰਿਕ ਹੌਰਸਮੈਨ ਨੇ ਕਿਹਾ ਕਿ ਖਾਲੀ ਕਰਵਾਏ ਗਏ ਖੇਤਰ ਵਿੱਚ ਅੰਦਾਜ਼ਨ 2068 ਲੋਕ ਰਹਿੰਦੇ ਨੇ। 766 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। 1000 ਤੋਂ ਵੱਧ ਪਸ਼ੂਆਂ ਨੂੰ ਵੀ ਕੱਢਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੈਸੀਫਿਕ ਦੇ ਲਗਭਗ ਸਾਰੇ ਦੇਸ਼ ਚੀਨ ਦੇ ਹਮਲਾਵਰ ਅਤੇ ਵਿਸਥਾਰਵਾਦੀ ਰਵੱਈਏ ਤੋਂ ਪਰੇਸ਼ਾਨ ਨੇ। ਭਾਰਤ, ਜਾਪਾਨ, ਆਸਟ੍ਰੇਲੀਆ, ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਦੇ ਚੀਨ ਦੀ ਹਮਲਾਵਰ ਵਿਦੇਸ਼ ਨੀਤੀ ਕਾਰਨ ਉਸ ਨਾਲ ਚੰਗੇ ਸੰਬੰਧ ਨਹੀਂ ਹਨ। ਇਸ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਚੀਨ ਨਾਲ ਮਿਲ ਕੇ ਕੰਮ ਕਰਨ ਦਾ ਐਲਾਨ ਕਰਕੇ ਇਹਨਾਂ ਦੇਸ਼ਾਂ ਦੇ ਤਣਾਅ ਨੂੰ ਵਧਾ ਦਿੱਤਾ ਹੈ। ਆਰਡਰਨ ਦੇ ਇਸ ਫੈਸਲੇ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਸਟ੍ਰੇਲੀਆ ਦੀ ਵਧਣ ਵਾਲੀ ਹੈ। ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਚੀਨ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਬਹੁਤ ਖਰਾਬ ਦੌਰ ਚੋਂ ਲੰਘ ਰਹੇ ਨੇ। ਚੀਨ ਨੇ ਆਸਟ੍ਰੇਲੀਆ ਨਾਲ ਲਗਭਗ ਸਾਰੇ ਵਪਾਰਕ ਸੰਬੰਧ ਤੋੜ ਦਿੱਤੇ ਨੇ। ਇੰਨਾ ਹੀ ਨਹੀਂ, ਚੀਨੀ ਫੌਜ ਨੇ ਆਸਟ੍ਰੇਲੀਆ ਨੂੰ ਘੇਰਨ ਲਈ ਸੋਲੇਮਨ ਟਾਪੂ ਨਾਲ ਮਿਲਟਰੀ ਸਮਝੌਤਾ ਵੀ ਕੀਤਾ ਹੈ। ਅਜਿਹੇ ਵਿੱਚ ਭਾਰਤ ਦੀ ਇੰਡੋ ਪੈਸੀਫਿਕ ਵਿੱਚ ਚੀਨ ਦੇ ਵੱਧਦੇ ਪ੍ਰਭਾਵ ਤੋਂ ਅਛੂਤਾ ਨਹੀਂ ਰਹੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਉਹ ਚੀਨ ਨਾਲ ਨਿਊਜ਼ੀਲੈਂਡ ਦੇ ਮਜ਼ਬੂਤ ਸਬੰਧਾਂ ਦੇ ਨਾਲ ਖੜੀ ਹੈ। ਹਾਲਾਂਕਿ ਉਹਨਾਂ ਨੇ ਸੋਲੇਮਨ ਟਾਪੂ ਦੇ ਨਾਲ ਚੀਨ ਦੇ ਸੁਰੱਖਿਆ ਸਮਝੌਤੇ ਤੇ ਨਿਰਾਸ਼ਾ ਪ੍ਰਗਟਾਈ। ਉਹਨਾਂ ਕਿਹਾ ਕਿ ਜਦੋਂ ਸੋਲੇਮਨ ਦੀਪ ਸਮੂਹ ਵਿੱਚ ਦੰਗੇ ਹੋਏ ਤਾਂ ਉੱਥੋਂ ਦੀ ਸਰਕਾਰ ਦੇ ਇਸ਼ਾਰੇ ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਖੁੱਲ੍ਹ ਕੇ ਮਦਦ ਕੀਤੀ ਸੀ। ਜੇਕਰ ਉਹਨਾਂ ਨੂੰ ਹੋਰ ਲੋੜ ਹੋਵੇ ਤਾਂ ਅਸੀਂ ਮਦਦ ਅਤੇ ਸਮਰਥਨ ਕਰਨ ਲਈ ਤਿਆਰ ਹਾਂ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਜ਼ੀਲੈਂਡ ਦੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਔਕਸ ਫੌਜੀ ਗੱਠਜੋੜ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਔਕਸ ਤੇ ਸਾਡਾ ਨਜ਼ਰੀਆ ਸਿਰਫ ਇਹ ਹੈ ਕਿ ਜਦੋਂ ਸਾਡਾ ਹੋਰ ਦੇਸ਼ਾਂ ਨਾਲ ਸੰਬੰਧ ਹੁੰਦਾ ਹੈ ਤਾਂ ਇਹ ਦੇਸ਼ ਲਈ ਫਾਇਦੇਮੰਦ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਅਮਰੀਕਾ ਨੂੰ ਸਾਡੇ ਖੇਤਰ ਦੇ ਆਰਥਿਕ ਢਾਂਚੇ ਵਿੱਚ ਦਿਲਚਸਪੀ ਲੈਣ ਲਈ ਕਿਹਾ ਹੈ। ਇਸ ਨੂੰ ਸਿਰਫ ਰੱਖਿਆ ਅਤੇ ਸੁਰੱਖਿਆ ਪ੍ਰਬੰਧਾਂ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਇਹ ਸਮੁੱਚੇ ਖੇਤਰ ਦੀ ਭਲਾਈ ਬਾਰੇ ਹੋਣਾ ਚਾਹੀਦਾ ਹੈ ਅਤੇ ਅਸੀਂ ਇਸ ਮੋਰਚੇ ਤੇ ਅਮਰੀਕਾ ਦੀ ਪ੍ਰਤੀਕਿਰਿਆ ਨੂੰ ਵੀ ਦੇਖ ਰਹੇ ਹਾਂ। ਚੀਨ ਨਾਲ ਉਦਾਰਵਾਦੀ ਰੁਖ ਨੂੰ ਬਣਾਈ ਰੱਖਣ ਲਈ ਨਿਊਜ਼ੀਲੈਂਡ ਕਈ ਵਾਰ ਆਲੋਚਨਾ ਦਾ ਸਾਹਮਣਾ ਕਰ ਚੁੱਕਾ ਹੈ। ਇਸ ਦੇ ਬਾਵਜੂਦ ਆਰਡਰਨ ਪ੍ਰਸ਼ਾਸਨ ਚੀਨ ਨਾਲ ਦੁਵੱਲੇ ਸੰਬੰਧਾਂ ਦੇ ਮੁੱਦੇ ਤੇ ਕਾਇਮ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਆਰਥਿਕ ਮਾਮਲਿਆਂ ਲਈ ਪੂਰੀ ਤਰ੍ਹਾਂ ਚੀਨ ਤੇ ਨਿਰਭਰ ਹੈ। ਪੀਐਮ ਆਰਡਰਨ ਨੇ ਖੁਦ ਕਿਹਾ ਹੈ ਕਿ ਚੀਨ ਸਾਡੇ ਲਈ ਬਹੁਤ ਮਹੱਤਵਪੂਰਨ ਵਪਾਰਕ ਭਾਈਵਾਲ ਹੈ। ਸਾਡਾ ਉਹਨਾਂ ਨਾਲ ਮਜ਼ਬੂਤ ਰਿਸ਼ਤਾ ਹੈ। ਬਹੁਤ ਸਾਰੇ ਖੇਤਰ ਹਨ ਜਿੱਥੇ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ। ਫਿਰ ਵੀ ਬਹੁਤ ਸਾਰੇ ਖੇਤਰ ਹੋਣਗੇ ਜਿੱਥੇ ਸਾਡੇ ਵਿਚਾਰ ਸਪਸ਼ਟ ਤੌਰ ਤੇ ਇੱਕੋ ਜਿਹੇ ਨਹੀਂ ਹੋਣਗੇ। ਨਿਊਜ਼ੀਲੈਂਡ ਅਤੇ ਚੀਨ ਦੀ ਦੋਸਤੀ ਦਾ ਭਾਰਤ ਤੇ ਵੀ ਅਸਰ ਪੈਣ ਦੀ ਬਹੁਤ ਸੰਭਾਵਨਾ ਹੈ। ਨਿਊਜ਼ੀਲੈਂਡ ਪ੍ਰਸ਼ਾਂਤ ਮਹਾਸਾਗਰ ਦੇ ਇੱਕ ਬਹੁਤ ਮਹੱਤਵਪੂਰਨ ਖੇਤਰ ਵਿੱਚ ਸਥਿਤ ਹੈ। ਛੋਟਾ ਹੋਣ ਦੇ ਬਾਵਜੂਦ ਇਸ ਦੇਸ਼ ਵਿੱਚ ਵਪਾਰ ਦੀ ਬਹੁਤ ਸੰਭਾਵਨਾ ਹੈ। ਨਿਊਜ਼ੀਲੈਂਡ ਵਿੱਚ ਲਗਭਗ 1,75,000 ਭਾਰਤੀ ਰਹਿੰਦੇ ਨੇ। ਇਸ ਦੇ ਬਾਵਜੂਦ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਰੱਖਿਆ ਸੰਬੰਧਾਂ ਦੇ ਖੇਤਰ ਵਿੱਚ ਬਹੁਤ ਘੱਟ ਤਰੱਕੀ ਹੋਈ ਹੈ। ਨਿਊਜ਼ੀਲੈਂਡ ਵਿੱਚ ਚੀਨ ਦਾ ਦਬਦਬਾ ਪ੍ਰਸ਼ਾਂਤ ਮਹਾਸਾਗਰ ਚੋਂ ਲੰਘਣ ਵਾਲੇ ਮਹੱਤਵਪੂਰਨ ਸਮੁੰਦਰੀ ਵਪਾਰ ਮਾਰਗ ਤੇ ਭਾਰਤ ਲਈ ਖਤਰਾ ਵਧਾ ਦੇਵੇਗਾ। ਇੰਨਾ ਹੀ ਨਹੀਂ, ਭਵਿੱਖ ਵਿੱਚ ਧਰਤੀ ਦੇ ਸਭ ਤੋਂ ਦੱਖਣੀ ਮਹਾਦੀਪ ਐਂਟਾਰਕਟਿਕਾ ਵਿੱਚ ਭਾਰਤੀ ਮਿਸ਼ਨ ਨੂੰ ਲੈ ਕੇ ਪਰੇਸ਼ਾਨੀ ਖੜੀ ਹੋ ਸਕਦੀ ਹੈ। ਅਜਿਹੇ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਲਈ ਨਿਊਜ਼ੀਲੈਂਡ ਨੂੰ ਆਪਣੀ ਕਚਹਿਰੀ ਵਿੱਚ ਲਿਆਉਣਾ ਮੁਸ਼ਕਿਲ ਚੁਣੌਤੀ ਬਣ ਸਕਦਾ ਹੈ। ਰੂਸ ਦੁਆਰਾ ਯੂਕਰੇਨ ਤੇ ਕੀਤੇ ਫੌਜੀ ਹਮਲੇ ਨਾਲ ਯੂਕਰੇਨ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਪੂਰੀ ਦੁਨੀਆ ਦੇ ਲੋਕ ਜਿੱਥੇ ਜੰਗ ਨੂੰ ਖਤਮ ਕਰਨ ਲਈ ਅਪੀਲ ਕਰ ਰਹੇ ਨੇ, ਉੱਥੇ ਹੀ ਯੂਕਰੇਨ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਲਈ ਵੱਖ-ਵੱਖ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਨੇ। ਇਟਲੀ ਦੇ ਸੁਜਾਰਾ ਦੇ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਤੋਂ ਵੱਖ-ਵੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਦੂਸਰੀ ਗੱਡੀ ਜ਼ਰੂਰੀ ਵਸਤਾਂ ਦਾ ਸਮਾਨ ਲੱਦ ਕੇ ਭੇਜੀ ਗਈ। ਥੋੜੇ ਦਿਨ ਪਹਿਲਾਂ ਵੀ ਯੂਕਰੇਨ ਦੇ ਲੋਕਾਂ ਲਈ ਜ਼ਰੂਰੀ ਵਸਤਾਂ ਦੀ ਇੱਕ ਗੱਡੀ ਗੁਰਦੁਆਰਾ ਸਾਹਿਬ ਤੋਂ ਭੇਜੀ ਗਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਚ ਮਨਦੀਪ ਸਿੰਘ ਸੈਣੀ ਨੇ ਦੱਸਿਆ ਕਿ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਜ਼ਰੂਰੀ ਵਸਤਾਂ ਦਾ ਸਮਾਨ ਭੇਜਿਆ ਗਿਆ ਹੈ, ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਵਰਲਡ ਸਿੱਖ ਸ਼ਹੀਦੀ ਮਿਲਟਰੀ ਯਾਦਗਾਰੀ ਸੰਸਥਾ ਇਟਲੀ ਅਤੇ ਵਿਚੈਂਸਾ, ਮਾਂਤੋਵਾ, ਤਰੀਨੋ ਅਤੇ ਮੋਦਨਾ ਦੀ ਸੰਗਤ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨੈਟਵਰਕ ਆਫ
ਪੋਲੀਟੀਕਲ ਐਡਵੋਕੇਸੀ ਗਰੁੱਪਸ ਨੇ ਮਾਰਚ ਦੇ ਅੰਤ ਤੱਕ 12.40 ਕਰੋੜ ਡਾਲਰ ਫੰਡ ਜੁਟਾਇਆ। ਇਸ ਤਰ੍ਹਾਂ ਸਾਬਕਾ ਰਾਸ਼ਟਰਪਤੀ ਦੇ ਸਮਰਥਕਾਂ ਨੇ ਮੱਧਕਾਲੀ ਚੋਣਾਂ ਤੇ ਉਸ ਉਪਰੰਤ ਰਾਜਸੀ ਗਤੀਵਿਧੀਆਂ ਲਈ ਕਾਫੀ ਫੰਡ ਇਕੱਠਾ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਸੰਘੀ ਚੋਣ ਕਮਿਸ਼ਨ ਕੋਲ ਫੰਡ ਜੁਟਾਉਣ ਸੰਬੰਧ ਦਾਇਰ ਤਾਜ਼ਾ ਵੇਰਵੇ ਤੋਂ ਹੋਇਆ ਹੈ। ਰਿਪਬਲਿਕਨ ਨੈਸ਼ਨਲ ਕਮੇਟੀ ਕੋਲ ਮਾਰਚ ਦੇ ਅੰਤ ਵਿੱਚ 4.50 ਕਰੋੜ ਡਾਲਰ ਨਕਦ ਸਨ। ਸਭ ਤੋਂ ਵੱਡੇ ਟਰੰਪ ਗਰੁੱਪ ਸੇਵ ਅਮਰੀਕਾ PAC ਨੇ ਮਾਰਚ ਵਿੱਚ 50 ਲੱਖ ਡਾਲਰ ਤੋਂ ਵੱਧ ਫੰਡ ਇਕੱਠਾ ਕੀਤਾ। ਗਲੋਬਲ ਪੱਧਰ ਤੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਸੰਬੰਧ ਕਈ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ। ਇੱਕ ਜਾਣਕਾਰੀ ਮੁਤਾਬਿਕ ਬ੍ਰਿਟੇਨ ਵਿੱਚ ਬਹੁਤ ਕਮਜ਼ੋਰ ਇਮਿਊਨ ਸਿਸਟਮ ਵਾਲਾ ਮਰੀਜ਼ ਕਰੀਬ 1.5 ਸਾਲ ਤੋਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਰਿਹਾ। ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸਭ ਤੋਂ ਲੰਮੇ ਸਮੇਂ ਤੋਂ COVID-19 ਨਾਲ ਸੰਕਰਮਿਤ ਹੋਣ ਦਾ ਮਾਮਲਾ ਹੈ, ਕਿਉਂਕਿ ਸਾਰੇ ਲੋਕਾਂ ਦੀ ਲਾਗ ਦੀ ਜਾਂਚ ਨਹੀਂ ਕੀਤੀ ਗਈ ਸੀ। ਗਾਈਜ਼ ਐਟ ਸੇਂਟ ਥਾਮਸ ਤੇ NHS ਫਾਊਂਡੇਸ਼ਨ ਟਰਸਟ ਦੇ ਛੂਤ ਰੋਗ ਮਾਹਿਰ ਡਾਕਟਰ ਲਿਊਕ ਬਲੈਕਡਨ ਸਨੇਲ ਨੇ ਕਿਹਾ ਕਿ ਪਰ 505 ਦਿਨਾਂ ਦੇ ਨਿਸ਼ਚਿਤ ਦੌਰ ਤੇ ਇਹ ਸਭ ਤੋਂ ਲੰਮੇ ਸੰਕਰਮਣ ਦੇ ਕੇਸ ਦੀ ਤਰ੍ਹਾਂ ਜਾਪਦਾ ਹੈ। ਸਨੇਲ ਦੀ ਟੀਮ ਦੇ ਇਸ ਹਫ਼ਤੇ ਦੇ ਅੰਤ ਵਿੱਚ ਪੁਰਤਗਾਲ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਮੀਟਿੰਗ ਵਿੱਚ COVID-19 ਨਾਲ ਲਗਾਤਾਰ ਸੰਕਰਮਿਤ ਹੋਣ ਦੇ ਕਈ ਮਾਮਲੇ ਪੇਸ਼ ਕਰਨ ਦੀ ਯੋਜਨਾ ਹੈ। ਉਹਨਾਂ ਦੇ ਅਧਿਐਨ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੰਮੇ ਸਮੇਂ ਤੋਂ ਸੰਕਰਮਿਤ ਰਹੇ ਮਰੀਜ਼ਾਂ ਵਿੱਚ ਕਿਹੜੇ ਪਰਿਵਰਤਨ ਹੁੰਦੇ ਨੇ ਅਤੇ ਕੀ ਨਵੀਂ ਕਿਸਮ ਦੀ ਲਾਗ ਪੈਦਾ ਹੁੰਦੀ ਹੈ। ਇਸ ਵਿੱਚ ਘੱਟੋ-ਘੱਟ 8 ਹਫ਼ਤਿਆਂ ਤੋਂ ਸੰਕਰਮਿਤ ਪਾਏ ਗਏ 9 ਮਰੀਜ਼ ਸ਼ਾਮਿਲ ਨੇ। ਸਾਰਿਆਂ ਦੇ ਅੰਗ ਟ੍ਰਾਂਸਪਲਾਂਟ, HIV, ਕੈਂਸਰ ਜਾਂ ਹੋਰ ਬਿਮਾਰੀਆਂ ਦੇ ਇਲਾਜ ਕਾਰਨ ਸਾਰਿਆਂ ਦੀ ਇਮਿਊਨ ਸਿਸਟਮ ਕਮਜ਼ੋਰ ਹੋ ਗਈ ਸੀ। ਵਾਰ-ਵਾਰ ਕੀਤੇ ਗਏ ਟੈਸਟਾਂ ਨੇ ਦਿਖਾਇਆ ਕਿ ਉਹ ਔਸਤਨ 73 ਦਿਨਾਂ ਤੱਕ ਸੰਕਰਮਿਤ ਰਹੇ। 2 ਮਰੀਜ਼ਾਂ ਨੇ 1 ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਸੀ। ਇਸ ਤੋਂ ਪਹਿਲਾਂ ਖੋਜੀਆਂ ਨੇ ਕਿਹਾ ਸੀ ਕਿ ਪਹਿਲੇ 335 ਦਿਨਾਂ ਤੱਕ ਇਨਫੈਕਸ਼ਨ ਦਾ ਮਾਮਲਾ ਸੀ। COVID-19 ਨਾਲ ਲਗਾਤਾਰ ਸੰਕਰਮਿਤ ਹੋਣਾ ਬਹੁਤ ਹੀ ਦੁਰਲਭ ਹੈ ਅਤੇ ਲੰਮੇ ਸਮੇਂ ਤੋਂ ਕੋਰੋਨਾ ਵਾਇਰਸ ਤੋਂ ਵੱਖਰਾ ਹੈ। ਸਨੇਲ ਨੇ ਕਿਹਾ ਕਿ ਲੰਮੇ ਸਮੇਂ ਦੇ ਕੋਵਿਡ ਵਿੱਚ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਵਾਇਰਸ ਤੁਹਾਡੇ ਸਰੀਰ ਵਿੱਚ ਬਣਿਆ ਰਹਿੰਦਾ ਹੈ। ਸਭ ਤੋਂ ਲੰਮੇ ਸਮੇਂ ਤੱਕ ਸੰਕਰਮਿਤ ਪਾਇਆ ਗਿਆ ਵਿਅਕਤੀ 2020 ਦੇ ਸ਼ੁਰੂ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ ਅਤੇ ਉਸ ਦਾ ਇਲਾਜ ਐਂਟੀਵਾਇਰਲ ਡਰੱਗ ਰੈਮਡੇਸਿਵਿਰ ਨਾਲ ਕੀਤਾ ਗਿਆ ਸੀ, ਪਰ 2021 ਵਿੱਚ ਉਸ ਦੀ ਮੌਤ ਹੋ ਗਈ। ਖੋਜੀਆਂ ਨੇ ਮੌਤ ਦਾ ਕਾਰਨ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਕਿ ਮਰੀਜ਼ ਨੂੰ ਕਈ ਹੋਰ ਬਿਮਾਰੀਆਂ ਸਨ। 5 ਮਰੀਜ਼ ਬਚ ਗਏ ਨੇ। 2 ਬਿਨਾਂ ਇਲਾਜ ਦੇ ਲਾਗ ਤੋਂ ਠੀਕ ਹੋ ਗਏ ਨੇ। 2 ਇਲਾਜ ਤੋਂ ਬਾਅਦ ਲਾਗ ਤੇ ਠੀਕ ਹੋ ਗਏ ਸਨ ਅਤੇ 1 ਅਜੇ ਵੀ ਸੰਕਰਮਿਤ ਹੈ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਅੱਜ ਵੀਰਵਾਰ ਨੂੰ ਆਪਣਾ 96ਵਾਂ ਜਨਮ ਦਿਨ ਸੈਂਡਰਿੰਗਮ ਵਿੱਚ ਮਨਾਏਗੀ, ਜਿੱਥੇ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ਾਮਿਲ ਹੋਵੇਗੀ। ਦੀ ਰਾਇਲ ਫੈਮਿਲੀ ਅਕਾਊਂਟ ਨੇ ਟਵਿੱਟਰ ਤੇ ਉਹਨਾਂ ਦੇ ਜਨਮ ਦਿਨ ਨੂੰ ਮਨਾਉਣ ਲਈ ਇੱਕ ਫੋਟੋ ਜਾਰੀ ਕੀਤੀ ਸੀ, ਜਿਸ ਵਿੱਚ ਰਾਣੀ ਨੂੰ 2 ਟੱਟੂਆਂ ਨਾਲ ਦਿਖਾਇਆ ਗਿਆ। ਟਵਿੱਟਰ ਵਿੱਚ ਲਿਖਿਆ ਗਿਆ ਕਿ ਪਿਛਲੇ ਮਹੀਨੇ ਵਿੰਡਸਰ ਕੌਂਸਲ ਦੇ ਮੈਦਾਨ ਵਿੱਚ ਲਈ ਗਈ ਤਸਵੀਰ ਵਿੱਚ ਮਹਾਰਾਣੀ ਨੂੰ ਉਸ ਦੇ 2 ਟੱਟੂਆਂ ਬਾਇਬੇਕ ਕੇਟੀ ਅਤੇ ਬਾਇਬੇਕ ਨਾਈਟਿੰਗੇਲ ਦੇ ਨਾਲ ਦਿਖਾਇਆ ਗਿਆ। BBC ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਬ੍ਰਿਟੇਨ ਦੇ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੀ ਬਾਦਸ਼ਾਹ ਨੇ ਆਪਣੀ ਨਾਰਫੋਕ ਐਸਟੇਟ ਵਿੱਚ ਹੈਲੀਕਾਪਟਰ ਰਾਹੀਂ ਯਾਤਰਾ ਕੀਤੀ ਸੀ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਐਸਟੇਟ ਦੇ ਇੱਕ ਝੌਂਪੜੀ ਵਿੱਚ ਰਹੇਗੀ, ਜੋ ਕਿ ਖਾਸ ਤੌਰ ਤੇ ਉਸ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੁਆਰਾ ਪਸੰਦ ਕੀਤੀ ਗਈ ਸੀ। ਮਹਾਰਾਣੀ ਇਸ ਸਾਲ ਦੇ ਸ਼ੁਰੂ ਵਿੱਚ ਸੈਂਡਰਿੰਗਮ ਵਿੱਚ ਸੀ ਜਦੋਂ ਉਸਨੇ 1952 ਵਿੱਚ ਗੱਦੀ ਤੇ ਬੈਠਣ ਦੀ ਨਿਸ਼ਾਨਦੇਹੀ ਕੀਤੀ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਲੇਬਰ ਨੇਤਾ ਕੀਰ ਸਟਾਰਮਰ ਵੱਲੋਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਨੇ ਅਤੇ ਉਹਨਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਰਾਣੀ ਦੀ ਵਿਰਾਸਤ ਦਾ ਜਸ਼ਨ ਮਨਾਉਣ ਵਾਲੀ ਇੱਕ ਬਾਰਬੀ ਡਾਲ ਨੂੰ ਉਸ ਦੀ ਪਲੈਟੀਨਮ ਜੁਬਲੀ ਦੀ ਯਾਦ ਵਿੱਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਸ ਦੇ ਵਿਆਹ ਦੇ ਟਿਆਰਾ ਅਤੇ ਇੱਕ ਨੀਲੇ ਰਿਬਨ ਨਾਲ ਫਿੱਟ ਇੱਕ ਹਾਥੀ ਦੰਦ ਦਾ ਗਾਊਨ ਹੈ। ਸਕਾਟਲੈਂਡ ਦੀ ਫਰਸਟ ਮਿਨਿਸਟਰ ਨਿਕੋਲਾ ਸਟਰਜਨ ਦੂਜੀ ਰਾਏਸ਼ੁਮਾਰੀ ਪ੍ਰਤੀ ਆਸਵੰਦ ਹੈ, ਪਰ ਉਹਨਾਂ ਵੱਲੋਂ ਅਹਿਮ ਐਲਾਨ ਕਰਦਿਆਂ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਸੁਤੰਤਰ ਸਕਾਟਲੈਂਡ ਲਈ ਆਪਣੇ ਇਸ ਕਾਰਜ ਵਿੱਚ ਅਸਫਲ ਰਹੀ ਤਾਂ ਉਹ ਆਪਣੇ ਅਹੁਦੇ ਤੋਂ ਕਿਸੇ ਹੋਰ ਲਈ ਰਾਹ ਬਣਾਵੇਗੀ। ਹਾਲਾਂਕਿ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ ਕਿ ਉਹ ਸਕਾਟਲੈਂਡ ਵਿੱਚ ਉੱਚੀ ਨੌਕਰੀ ਛੱਡਣ ਵਾਲੀ ਨਹੀਂ ਹੈ। ਸਟਰਜਨ ਨੇ ਮੌਜੂਦਾ ਸੰਸਦ ਦੇ ਪਹਿਲੇ ਅੱਧ ਵਿੱਚ ਇੱਕ ਜਨਮਤ ਸੰਗ੍ਰਹਿ ਕਰਵਾਉਣ ਦਾ ਦਾਅਵਾ ਕੀਤਾ ਹੈ।
ਮਤਲਬ ਇਹ ਕਿ ਉਹਨਾਂ ਦੀ ਯੋਜਨਾ ਤਹਿਤ ਇਸ ਦੇ 2020 ਦੇ ਅੰਤ ਤੋਂ ਪਹਿਲਾਂ ਹੋਣ ਦੇ ਸੰਕੇਤ ਦਿੱਤੇ ਨੇ। ਡੇ ਟਾਈਮ ਪੈਨਲ ਸ਼ੋਅ ਤੇ ਹਾਜ਼ਰ ਹੋਈ ਸਟਰਜਨ ਨੇ ਕਿਹਾ ਕਿ ਉਸਨੇ ਰਾਜਨੀਤੀ ਤੋਂ ਦੂਰ ਨਿੱਜੀ ਜੀਵਨ ਬਾਰੇ ਸੋਚਿਆ। ਉਸਨੇ ਇੱਕ ਬੱਚੇ ਦੇ ਪਾਲਣ ਪੋਸ਼ਣ ਤੇ ਆਪਣੇ ਪ੍ਰਤੀ ਪੀਟਰ ਮੋਰੇਲ ਨਾਲ ਗੱਲਬਾਤ ਬਾਰੇ ਵੀ ਚਰਚਾ ਕੀਤੀ। ਇੱਕ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਮੈਂ ਕਿਸੇ ਹੋਰ ਲਈ ਰਸਤਾ ਬਣਾਵਾਂਗੀ, ਪਰ ਮੈਂ ਇਸ ਸਮੇਂ ਇਸ ਬਾਰੇ ਵਿਚਾਰ ਨਹੀਂ ਕਰ ਰਹੀ ਹਾਂ। ਉਹ ਇੱਕ ਤਰਜੀਹੀ ਮਿਤੀ ਅਤੇ ਸਵਾਲ ਨਿਰਧਾਰਿਤ ਕਰਦੇ ਹੋਏ ਸਕਾਟਿਸ਼ ਸੰਸਦ ਵਿੱਚ ਇੱਕ ਬਿੱਲ ਲਿਆਉਣ ਲਈ ਤਿਆਰ ਹੈ। ਹਾਲਾਂਕਿ ਕਾਨੂੰਨੀ ਤੌਰ ਤੇ ਬਾਈਡਿੰਗ ਜਨਮਤ ਸੰਗ੍ਰਹਿ ਕਰਵਾਉਣ ਲਈ ਉਸ ਨੂੰ ਯੂਕੇ ਸਰਕਾਰ ਤੋਂ ਧਾਰਾ 30 ਦੇ ਆਦੇਸ਼ ਦੀ ਜ਼ਰੂਰਤ ਹੋਵੇਗੀ। ਹੁਣ ਤੱਕ ਬੋਰਿਸ ਜੌਨਸਨ ਨੇ ਇਸ ਨੂੰ ਰੱਦ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਹੈਲੀ ਰੂਡ ਨੂੰ ਵੋਟ ਦੇਣ ਲਈ ਸ਼ਕਤੀਆਂ ਨਹੀਂ ਸੌਂਪਣਗੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦਿੱਤੇ ਨੇ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੱਛਮੀ ਦੇਸ਼ਾਂ ਨੇ ਰੂਸ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਨੇ, ਪਰ ਭਾਰਤ ਰੂਸ ਤੋਂ ਤੇਲ ਦੀ ਦਰਾਮਦ ਜਾਰੀ ਰੱਖਦਾ ਹੈ, ਜਿਸ ਬਾਰੇ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੇ ਇਹ ਫੈਸਲਾ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਲਿਆ ਹੈ। ਲਾਹੌਰ ਵਿੱਚ ਇੱਕ ਜਨ ਸਭਾ ਵਿੱਚ ਬੋਲਦਿਆਂ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਰਣਨੀਤਿਕ ਭਾਈਵਾਲ ਹੈ, ਪਰ ਉਹ ਰੂਸ ਤੋਂ ਤੇਲ ਦੀ ਦਰਾਮਦ ਕਰ ਰਿਹਾ ਹੈ। ਭਾਰਤ ਨੇ ਸਪਸ਼ਟ ਕਿਹਾ ਕਿ ਉਹ ਇਸ ਦਾ ਫੈਸਲਾ ਲੋਕਾਂ ਦੀ ਬਿਹਤਰੀ ਤੇ ਆਧਾਰਿਤ ਹੈ, ਪਰ ਸਾਡੀ ਵਿਦੇਸ਼ ਨੀਤੀ ਲਈ ਦੂਜੇ ਲੋਕਾਂ ਦੇ ਹਿੱਤ ਮਹੱਤਵਪੂਰਨ ਨੇ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਵੀ ਇਮਰਾਨ ਖਾਨ ਨੇ ਮੰਨਿਆ ਸੀ ਕਿ ਭਾਰਤ ਦੀ ਵਿਦੇਸ਼ ਨੀਤੀ ਸੁਤੰਤਰ ਤੇ ਲੋਕਾਂ ਦੇ ਭਲੇ ਲਈ ਹੈ। ਖੈਬਰ ਪਖਤੂਨਖਵਾ 'ਚ ਰੈਲੀ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਉਹ ਆਪਣੇ ਗੁਆਂਢੀ ਦੀ ਪ੍ਰਸ਼ੰਸਾ ਕਰਦੇ ਹਨ, ਕਿਉਂਕਿ ਭਾਰਤ ਹਮੇਸ਼ਾ ਸੁਤੰਤਰ ਵਿਦੇਸ਼ ਨੀਤੀ ਦੇ ਪੱਖ ਵਿੱਚ ਰਿਹਾ ਹੈ। ਇਮਰਾਨ ਨੇ ਕਿਹਾ ਕਿ ਅੱਜ ਭਾਰਤ ਅਮਰੀਕੀ ਗੱਠਜੋੜ ਵਿੱਚ ਹੈ ਤੇ ਉਹ ਕੁਆਡ ਦੇਸ਼ਾਂ ਦਾ ਹਿੱਸਾ ਨੇ। ਅੱਜ ਭਾਰਤ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਦੀ ਦਰਾਮਦ ਕਰ ਰਿਹਾ ਹੈ, ਕਿਉਂਕਿ ਉਹਨਾਂ ਦੀ ਨੀਤੀ ਲੋਕਾਂ ਦੇ ਭਲੇ ਲਈ ਹੈ। ਰੈਲੀ ਦੌਰਾਨ ਇਮਰਾਨ ਖਾਨ ਨੇ ਆਪਣੇ ਰੂਸ ਦੌਰੇ ਦੇ ਕਾਰਨਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਉਹ ਮਾਸਕੋ ਇਸ ਲਈ ਗਏ ਸਨ ਤਾਂ ਜੋ ਪਾਕਿਸਤਾਨ ਵਿੱਚ ਵੱਧ ਰਹੀ ਮਹਿੰਗਾਈ ਨੂੰ ਕਾਬੂ ਕੀਤਾ ਜਾ ਸਕੇ। ਰੂਸ ਨੇ ਪਾਕਿਸਤਾਨ ਨੂੰ 30% ਦੀ ਛੋਟ ਨਾਲ ਤੇਲ ਦਿੱਤਾ ਹੈ। ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਆਜ਼ਾਦ ਵਿਦੇਸ਼ ਨੀਤੀ ਦੇ ਚੱਲਦਿਆਂ ਪਾਕਿਸਤਾਨ ਲਈ ਸੱਤਾ ਤੋਂ ਬਾਹਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਅਜਿਹੇ ਸਮੇਂ ਸੱਤਾ ਗੁਆ ਚੁੱਕੀ ਹੈ ਜਦੋਂ ਪਾਕਿਸਤਾਨ ਤਰੱਕੀ ਕਰ ਰਿਹਾ ਸੀ। ਇੱਥੇ ਟੈਕਸ ਵਸੂਲੀ ਇਤਿਹਾਸਿਕ ਪੱਧਰ ਤੇ ਸੀ ਤੇ ਦੇਸ਼ ਵਿਕਾਸ ਦੇ ਰਾਹ ਤੇ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿੱਚ ਕੁਝ ਅੱਤਵਾਦੀ ਹਮਲੇ ਸਾਡੀ ਜਾਣਕਾਰੀ ਵਿੱਚ ਆਏ ਨੇ। ਅਸੀਂ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕਰਦੇ ਹਾਂ। ਅਸੀਂ ਇਸ ਸਬੰਧ ਵਿੱਚ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ। ਅਸੀਂ ਉੱਥੇ ਹੋ ਰਹੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖ ਰਹੇ ਹਾਂ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਅਫਗਾਨਿਸਤਾਨ ਵਿੱਚ ਇੱਕ ਤੋਂ ਬਾਅਦ ਇੱਕ 3 ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ 'ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਉੱਤਰੀ ਅਫਗਾਨਿਸਤਾਨ ਵਿੱਚ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਵਿੱਚ 40 ਲੋਕ ਜ਼ਖਮੀ ਵੀ ਹੋਏ ਨੇ। ਰੂਸ ਅਤੇ ਯੂਕਰੇਨ ਯੁੱਧ ਵਿਚਾਲੇ ਚੱਲ ਰਹੀ ਮਨੁੱਖੀ ਸਹਾਇਤਾ ਬਾਰੇ ਬਾਗਚੀ ਨੇ ਕਿਹਾ ਕਿ ਜਾਪਾਨ ਨੇ ਯੂਕਰੇਨ ਅਤੇ ਇਸ ਦੇ ਗੁਆਂਢੀ ਦੇਸ਼ਾਂ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਮੁੰਬਈ ਵਿੱਚ ਉਤਰਨ ਦੀ ਇਜਾਜ਼ਤ ਮੰਗੀ ਸੀ। ਅਸੀਂ ਵਪਾਰਕ ਜਹਾਜ਼ ਦੀ ਵਰਤੋਂ ਕਰਕੇ ਸਪਲਾਈ ਲੈਣ ਦੀ ਇਜਾਜ਼ਤ ਦਿੱਤੀ ਹੈ। ਭਾਰਤ ਵਿੱਚ ਹੋਣ ਵਾਲੇ ਰਾਈਸੀਨਾ ਡਾਇਲੌਗ ਪ੍ਰੋਗਰਾਮ ਬਾਰੇ ਬਾਗਚੀ ਨੇ ਕਿਹਾ ਕਿ ਰਾਈਸੀਨਾ ਡਾਇਲੌਗ ਵਿੱਚ 90 ਦੇਸ਼ਾਂ ਦੇ 210 ਤੋਂ ਵੱਧ ਬੁਲਾਰਿਆਂ ਦੇ ਨਾਲ ਲਗਭਗ 100 ਸੈਸ਼ਨਜ਼ ਹੋਣਗੇ। ਇਸ ਦੇ ਨਾਲ ਹੀ ਭਾਰਤੀ ਹਾਈ ਕਮਿਸ਼ਨ ਵੱਲੋਂ ਆਸਟ੍ਰੇਲੀਆ ਦੀ ਵਿਦਿਅਕ ਆਜ਼ਾਦੀ ਵਿੱਚ ਕਥਿਤ ਦਖਲ ਅੰਦਾਜ਼ੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਦੀ ਆਸਟ੍ਰੇਲੀਆ ਖਿੱਚੀ ਜਾਣ ਦੀ ਰਿਪੋਰਟ ਗੈਰ ਵਾਜਬ ਹੈ। ਜਿੱਥੋਂ ਤੱਕ ਆਸਟ੍ਰੇਲੀਆ ਵਿੱਚ ਅਕਾਦਮਿਕ ਸੁਤੰਤਰਤਾ ਦਾ ਸਵਾਲ ਹੈ, ਇਹ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਜਵਾਬ ਦੇਣਾ ਹੈ। ਮੈਨੂੰ ਯਕੀਨ ਹੈ ਕਿ ਮੈਲਬੌਰਨ ਇੰਸਟੀਚਿਊਟ ਦੇ ਅਧਿਕਾਰੀਆਂ ਨੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਨਾਲ ਹੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਸੰਸਥਾ ਦੀ ਸਥਾਪਨਾ ਆਸਟ੍ਰੇਲੀਆਈ ਸਰਕਾਰ ਦੁਆਰਾ ਮੈਲਬੌਰਨ ਯੂਨੀਵਰਸਿਟੀ ਨਾਲ ਸਾਂਝੇਦਾਰੀ ਵਿੱਚ ਕੀਤੀ ਗਈ ਸੀ ਅਤੇ ਇਸ ਨੂੰ ਆਸਟ੍ਰੇਲੀਆਈ ਸਰਕਾਰ ਅਤੇ ਸੰਸਥਾਵਾਂ ਦੁਆਰਾ ਫੰਡ ਦਿੱਤਾ ਗਿਆ ਸੀ। ਭਾਰਤ ਸਰਕਾਰ ਨੂੰ ਇਸ ਸੰਸਥਾ ਦਾ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਪੂਰੀ ਦੁਨੀਆ ਵਿੱਚ ਗਲੋਬਲ ਮਹਾਮਾਰੀ ਕਰੋਨਾ ਵਾਇਰਸ ਦੀਆਂ ਕਈ ਭਿਆਨਕ ਲਹਿਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਵਾਇਰਸ ਦੇ ਨਵੇਂ ਮਾਮਲਿਆਂ 'ਚ ਕਮੀ ਆਉਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਇੱਕ ਵਾਰ ਫਿਰ ਦੁਨੀਆ ਤੇ ਕਰੋਨਾ ਦਾ ਸੰਕਟ ਮੰਡਰਾਉਣ ਲੱਗਾ। ਇਸ ਦੇ ਨਾਲ ਹੀ ਮਲੇਸ਼ੀਆ ਕੋਵਿਡ-19 ਨੇ ਤਬਾਹੀ ਮਚਾ ਦਿੱਤੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਮਲੇਸ਼ੀਆ ਵਿੱਚ ਬੁੱਧਵਾਰ ਅੱਧੀ ਰਾਤ ਤੱਕ
6,968 ਨਵੇਂ ਕੋਵਿਡ-19 ਸੰਕਰਮਣ ਦੀ ਰਿਪੋਰਟ ਕੀਤੀ ਗਈ ਹੈ, ਜਿਸ ਦੇ ਨਾਲ ਦੇਸ਼ ਵਿੱਚ ਕੋਵਿਡ-19 ਇਲਾਜਾਂ ਦੀ ਕੁੱਲ ਰਾਸ਼ਟਰੀ ਸੰਖਿਆ 44,09,202 ਹੋ ਗਈ ਹੈ। ਦੇਸ਼ ਦੇ ਸਿਹਤ ਮੰਤਰਾਲੇ ਦੀ ਵੈਬਸਾਈਟ ਤੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 32 ਨਵੇਂ ਆਯਾਤ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਚੋਂ 6,936 ਲੋਕਲ ਟ੍ਰਾਂਸਮਿਸ਼ਨ ਕਾਰਨ ਹੋਏ ਨੇ। ਇਸ ਤੋਂ ਇਲਾਵਾ ਦੇਸ਼ ਵਿੱਚ ਮੌਤਾਂ ਦੀ ਦਰ ਵਿੱਚ ਵੀ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ 16 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਨੇ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 35,465 ਹੋ ਗਈ ਹੈ। ਮਲੇਸ਼ੀਆ ਵਿੱਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦਰਮਿਆਨ ਰਾਹਤ ਦੀ ਖਬਰ ਵੀ ਸਾਹਮਣੇ ਆਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 8,267 ਲੋਕ ਵਾਇਰਸ ਨਾਲ ਲੜਨ ਤੋਂ ਬਾਅਦ ਠੀਕ ਹੋ ਗਏ ਨੇ, ਜਿਸ ਕਾਰਨ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 42,83,013 ਹੋ ਗਈ ਹੈ। ਇਸ ਦੇ ਨਾਲ ਹੀ ਮਲੇਸ਼ੀਆ ਵਿੱਚ ਕੁੱਲ 90,724 ਐਕਟਿਵ ਕੇਸ ਨੇ, ਜਿਨ੍ਹਾਂ ਵਿੱਚੋਂ 97 ਮਰੀਜ਼ ਬਹੁਤ ਗੰਭੀਰ ਹਾਲਤ ਵਿੱਚ ਨੇ, ਜਿਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚੋਂ 63 ਨੂੰ ਸਾਹ ਲੈਣ ਵਿੱਚ ਮਦਦ ਦੀ ਲੋੜ ਹੈ। ਦੇਸ਼ ਨੇ ਇਕੱਲੇ ਬੁੱਧਵਾਰ ਨੂੰ 60,923 ਵੈਕਸੀਨ ਦੀਆਂ ਖੁਰਾਕਾਂ ਦੀ ਰਿਪੋਰਟ ਕੀਤੀ ਅਤੇ 84.7% ਆਬਾਦੀ ਨੂੰ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ ਸੀ, ਜਦੋਂ ਕਿ 80.8% ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ, ਜਦੋਂ ਕਿ 49% ਨੂੰ ਬੂਸਟਰ ਦਿੱਤੇ ਗਏ ਸਨ। ਭਾਰਤ ਨੇ ਕੁਆਡ ਵੈਕਸੀਨ ਪਾਰਟਨਰਸ਼ਿਪ ਤਹਿਤ ਥਾਈਲੈਂਡ ਦੀ ਕੀਤੀ ਮਦਦ। 2 ਲੱਖ ਕੋਕੋਵੈਕਸ ਟੀਕੇ ਵੰਡੇ। ਕੁਆਡ ਵੈਕਸੀਨ ਪਾਰਟਨਰਸ਼ਿਪ ਦੇ ਤਹਿਤ ਇੱਕ ਵੱਡਾ ਕਦਮ ਚੁੱਕਿਆ ਗਿਆ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਵੀਰਵਾਰ ਨੂੰ ਥਾਈਲੈਂਡ ਨੂੰ ਮੇਡ ਇਨ ਇੰਡੀਆ ਕੋਕੋਵੈਕਸ ਵੈਕਸੀਨ ਦੀਆਂ ਲਗਭਗ 2 ਲੱਖ ਖੁਰਾਕਾਂ ਨਵੀਂ ਦਿੱਲੀ ANI ਕੁਆਡ ਵੈਕਸੀਨ ਪਾਰਟਨਰਸ਼ਿਪ ਦੇ ਤਹਿਤ ਇੱਕ ਵੱਡਾ ਕਦਮ ਚੁੱਕਿਆ ਗਿਆ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਵੀਰਵਾਰ ਨੂੰ ਥਾਈਲੈਂਡ ਨੂੰ ਮੇਡ ਇਨ ਇੰਡੀਆ ਕੋਵੋਵੈਕਸ ਵੈਕਸੀਨ ਦੀਆਂ ਲਗਭਗ 2 ਲੱਖ ਖੁਰਾਕਾਂ ਗਿਫਟ ਕੀਤੀਆਂ ਨੇ। ਕੋਵਿਡ ਟੀਕਿਆਂ ਦੀ ਇਹ ਦੂਜੀ ਖੇਪ ਸਾਂਝੇ ਤੌਰ ਤੇ ਸੌਂਪੀ ਗਈ, ਜਿਸ ਵਿੱਚ ਭਾਰਤ ਦੀ ਰਾਜਦੂਤ ਸੁਚਿਤਰਾ ਦੁਰਈ, ਆਸਟ੍ਰੇਲੀਆ ਦੇ ਰਾਜਦੂਤ ਐਲਨ ਮੈਕਕਿਨਨ, ਜਾਪਾਨ ਦੀ ਰਾਜਦੂਤ ਨਸ਼ੀਦਾ ਕਾਜ਼ੂਆ ਅਤੇ ਯੂਨਾਈਟਿਡ ਦੇ ਚਾਰਜ ਡੀ ਅਫੇਅਰਸ ਮੌਜੂਦ ਸਨ। ਵਿਸ਼ਵਵਿਆਪੀ ਮਹਾਮਾਰੀ ਕਰੋਨਾ ਵਾਇਰਸ ਨਾਲ ਲੜਨ ਲਈ ਕੁਆਡ ਦੇਸ਼ ਇਕੱਠੇ ਖੜੇ ਨੇ। ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਕੁਆਡ ਗਰੁੱਪ ਨੇ ਇਸ ਵਾਰ ਥਾਈਲੈਂਡ ਲਈ ਮਦਦ ਦਾ ਹੱਥ ਵਧਾਇਆ। ਕੁਆਡ ਦੇਸ਼ਾਂ ਨੇ ਥਾਈਲੈਂਡ ਨੂੰ ਲਗਭਗ 4.5 ਮਿਲੀਅਨ ਕੋਵਿਡ-19 ਵੈਕਸੀਨ ਡੋਜ਼ ਪ੍ਰਦਾਨ ਕੀਤੇ ਨੇ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦੇਸ਼ਾਂ ਨੇ ਆਰਥਿਕ ਮਾਮਲਿਆਂ ਵਿੱਚ ਵੀ ਮਦਦ ਕੀਤੀ ਹੈ। ਨਾ ਸਿਰਫ ਇਹ ਕੁਆਡ ਦੇਸ਼ਾਂ ਨੇ ਟੀਕਿਆਂ ਦੀ ਆਖਰੀ ਮੀਲ ਡਿਲੀਵਰੀ ਵਿੱਚ ਸਹਾਇਤਾ ਕੀਤੀ ਹੈ, ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਕੋਕੋਵੈਕਸ ਖੁਰਾਕਾਂ ਦਾ ਟੀਕਾਕਰਨ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ ਜਾਂ ਨਹੀਂ। ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਕਿ ਭਾਰਤ ਥਾਈਲੈਂਡ ਨੂੰ ਦਵਾਈਆਂ ਅਤੇ ਆਕਸੀਜਨ ਦੀ ਮਾਤਰਾ ਦੀ ਸਪਲਾਈ ਕਰ ਰਿਹਾ ਹੈ। ਇਸ ਵਿੱਚ ਕਿਹਾ ਗਿਆ ਕਿ ਭਾਰਤ ਮਹਾਮਾਰੀ ਵਿਰੁੱਧ ਲੜਾਈ ਲੜਨ ਵਿੱਚ ਥਾਈਲੈਂਡ ਦੀ ਮਦਦ ਕਰਨ ਲਈ ਆਪਣਾ ਸਮਰਥਨ ਵਧਾ ਰਿਹਾ ਹੈ। ਥਾਈਲੈਂਡ ਨੇ ਭਾਰਤ ਦੁਆਰਾ ਦਿੱਤੀ ਗਈ ਮਦਦ ਤੇ ਟੀਕਿਆਂ ਲਈ ਕੁਆਡ ਦੇਸ਼ਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਦੇਸ਼ ਨੇ ਕੁਆਡ ਦੀ ਤਾਰੀਫ ਵੀ ਕੀਤੀ ਹੈ, ਜਦਕਿ ਕੁਆਡ ਦੇਸ਼ਾਂ ਨੇ ਮਹਾਮਾਰੀ ਨਾਲ ਲੜਨ ਲਈ ਥਾਈਲੈਂਡ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਬਣਾਉਣ ਵਾਲਾ ਦੇਸ਼ ਹੈ। ਦੂਜੇ ਪਾਸੇ ਕੁਆਡ ਦੀ ਗੱਲ ਕਰੀਏ ਤਾਂ ਇਹ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਦੇਸ਼ਾਂ ਦਾ ਸਮੂਹ ਹੈ, ਜਿਸ ਦਾ ਮਕਸਦ ਇੰਡੋ ਪੈਸੀਫਿਕ ਖੇਤਰ ਦੇ ਲੋਕਤੰਤਰੀ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ਅਤੇ ਵਿਸ਼ਵ ਚੁਣੌਤੀਆਂ ਨੂੰ ਮਿਲ ਕੇ ਹੱਲ ਕਰਨਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਯਾਤਰਾ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਸਵਾਗਤ ਕੀਤਾ। ਬੋਰਿਸ ਜੌਨਸਨ ਨੂੰ ਇੱਥੋਂ ਗਾਰਡ ਆਫ ਆਨਰ ਨਾਲ ਵੀ ਨਵਾਜ਼ਿਆ ਗਿਆ। ਇਸ ਦੌਰਾਨ ਬੋਰਿਸ ਨੇ ਕਿਹਾ ਕਿ ਉਹਨਾਂ ਇਸ ਤਰ੍ਹਾਂ ਦਾ ਇੰਨਾ ਸ਼ਾਨਦਾਰ ਅਤੇ ਪਰੰਪਰਾਗਤ ਸਵਾਗਤ ਕਦੇ ਨਹੀਂ ਦੇਖਿਆ। ਇਸ ਦੌਰਾਨ ਉਹਨਾਂ ਹੋਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਭਵਨ ਵਿੱਚ PM ਮੋਦੀ ਅਤੇ ਕੇਂਦਰੀ ਕੈਬਨਿਟ ਨਾਲ ਮੁਲਾਕਾਤ ਤੋਂ ਬਾਅਦ ਬ੍ਰਿਟਿਸ਼ PM ਬੋਰਿਸ ਜੌਨਸਨ ਰਾਜਘਾਟ ਲਈ ਰਵਾਨਾ ਹੋਏ ਅਤੇ ਉੱਥੇ ਉਹਨਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਤੇ ਸ਼ਰਧਾਂਜਲੀ ਅਰਪਿਤ ਕੀਤੀ। ਬੋਰਿਸ ਜੌਨਸਨ ਅੱਜ PM ਮੋਦੀ ਨਾਲ ਬੈਠਕ ਕਰਨਗੇ। ਦੋਵਾਂ ਨੇਤਾਵਾਂ ਵਿਚਾਲੇ ਯੂਕਰੇਨ ਸੰਕਟ ਲਈ ਕਈ ਮੁੱਦਿਆਂ ਤੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਸ ਦੀ ਮੁਲਾਕਾਤ ਦੇ ਏਜੰਡੇ ਬਾਰੇ ਪੁੱਛੇ ਜਾਣ ਤੇ ਵੀਰਵਾਰ ਨੂੰ ਜੌਨਸਨ ਨੇ ਅਹਿਮਦਾਬਾਦ ਵਿੱਚ ਮੀਡੀਆ ਨੂੰ ਕਿਹਾ ਸੀ ਕਿ ਹਾਂ, ਮੈਂ ਸਾਡੇ ਵਿਚਕਾਰ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਉਤਸ਼ਾਹਿਤ ਹਾਂ। ਅਸੀਂ ਵਪਾਰਕ, ਸੁਰੱਖਿਆ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਤੇ ਗੱਲ ਕਰਾਂਗੇ। ਗਾਜ਼ਾ ਸਰਹੱਦ ਤੇ ਵੀਰਵਾਰ ਤੜਕੇ ਇਜ਼ਰਾਈਲੀ ਹਵਾਈ ਫੌਜ ਅਤੇ ਫਿਲਿਸਤੀਨੀ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਯਰੂਸ਼ਲਮ ਦੇ ਸਭ ਤੋਂ ਸੰਵੇਦਨਸ਼ੀਲ ਪਵਿੱਤਰ ਸਥਾਨ ਤੇ ਫਿਰ ਤੋਂ ਝੜਪਾਂ ਹੋਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ।
ਇਸ ਸਮੇਂ ਗਾਜ਼ਾ ਯੁੱਧ ਵਾਂਗ ਹੀ ਇਜ਼ਰਾਈਲ ਅਤੇ ਫਿਲਿਸਤੀਨ ਵਿਚਕਾਰ ਤਣਾਅ ਵਧਿਆ ਹੋਇਆ ਹੈ। ਇਜ਼ਰਾਈਲ ਅਤੇ ਫਿਲਿਸਤੀਨ ਵਿਚਕਾਰ ਪਿਛਲੇ ਸਾਲ ਵੀ ਇਸੇ ਤਰ੍ਹਾਂ ਦਾ ਤਣਾਅ ਪੈਦਾ ਹੋਇਆ ਸੀ। ਪਿਛਲੇ ਸਾਲ 11 ਦਿਨਾਂ ਦੀ ਜੰਗ ਤੋਂ ਬਾਅਦ ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਇਹ ਵੱਡੀ ਲੜਾਈ ਹੈ। ਸਮਾਚਾਰ ਏਜੰਸੀ AP ਦੀ ਰਿਪੋਰਟ ਮੁਤਾਬਿਕ ਗਾਜ਼ਾ ਦੇ ਮੋਰਚੇ ਤੇ ਹੋਈ ਇਸ ਲੜਾਈ ਨੇ ਯੂਕਰੇਨ ਯੁੱਧ ਤੋਂ ਅੱਗੇ ਅਸ਼ਾਂਤੀ ਦਾ ਨਵਾਂ ਮੋਰਚਾ ਸ਼ੁਰੂ ਹੋਣ ਦਾ ਖਦਸ਼ਾ ਪੈਦਾ ਕਰ ਦਿੱਤਾ ਹੈ। ਇਸ ਹਫ਼ਤੇ ਗਾਜ਼ਾ ਤੋਂ ਇਜ਼ਰਾਈਲ ਤੇ ਰਾਕਟ ਦਾਗੇ ਜਾਣ ਤੋਂ ਬਾਅਦ 1 ਮਹੀਨਿਆਂ ਤੋਂ ਚੱਲੀ ਜੰਗਬੰਦੀ ਟੁੱਟ ਗਈ ਹੈ। ਇਹ ਜਾਣਿਆ ਜਾਂਦਾ ਹੈ ਕਿ ਫਿਲਿਸਤੀਨੀ ਅੱਤਵਾਦੀਆਂ ਨੇ ਬੁੱਧਵਾਰ ਅਤੇ ਵੀਰਵਾਰ ਤੜਕੇ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਦੇ 2 ਰਾਕਟ ਦਾਗੇ। ਇਹਨਾਂ ਵਿੱਚੋਂ ਇੱਕ ਰਾਕਟ ਇਜ਼ਰਾਈਲ ਦੇ ਸ਼ਹਿਰ ਸਟੇਰੋਟ ਵਿੱਚ ਡਿੱਗਿਆ, ਜਦਕਿ ਦੂਜਾ ਟੀਚੇ ਤੱਕ ਪਹੁੰਚਣ ਵਿੱਚ ਅਸਫਲ ਰਿਹਾ ਅਤੇ ਗਾਜ਼ਾ ਵਿੱਚ ਹੀ ਡਿੱਗਿਆ। ਫਿਲਿਸਤੀਨੀ ਅੱਤਵਾਦੀਆਂ ਦੁਆਰਾ ਰਾਕਟ ਹਮਲੇ ਤੋਂ ਬਾਅਦ ਦੱਖਣੀ ਇਜ਼ਰਾਈਲ ਵਿੱਚ ਸਾਇਰਨ ਗੂੰਜਿਆ। ਇਸ ਤੋਂ ਬਾਅਦ ਇਜ਼ਰਾਈਲੀ ਹਵਾਈ ਫੌਜ ਦੇ ਜਹਾਜ਼ਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਹਮਾਸ ਦੇ ਇਲਾਕਿਆਂ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਕਿਹਾ ਜਾਂਦਾ ਹੈ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਵੀਰਵਾਰ ਤੜਕੇ ਗਾਜ਼ਾ ਪੱਟੀ ਤੇ ਹਵਾਈ ਹਮਲਾ ਕੀਤਾ, ਜਿਸ ਤੋਂ ਬਾਅਦ ਧੂਏ ਦੇ ਗੁਬਾਰ ਦੇਖੇ ਗਏ। ਇਜ਼ਰਾਈਲੀ ਹਵਾਈ ਫੌਜ ਵੱਲੋਂ ਜਾਰੀ ਬਿਆਨ ਮੁਤਾਬਿਕ ਇਸ ਹਵਾਈ ਹਮਲੇ ਦੇ ਅੱਤਵਾਦੀਆਂ ਦੇ ਟਿਕਾਣੇ ਅਤੇ ਸੁਰੰਗ ਦੇ ਰਸਤੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਰਾਕਟ ਬਣਾਉਣ ਲਈ ਰਸਾਇਣ ਰੱਖੇ ਗਏ ਸਨ। ਇਜ਼ਰਾਈਲੀ ਜਹਾਜ਼ ਨੇ ਹਮਾਸ ਦੇ ਇੱਕ ਹੋਰ ਟਿਕਾਣੇ ਨੂੰ ਵੀ ਨਿਸ਼ਾਨਾ ਬਣਾਇਆ। ਨੌਜਵਾਨਾਂ ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਆਵਾਜਾਈ ਨਾਲ ਸੰਬੰਧਿਤ ਕੁਝ ਹਵਾ ਪ੍ਰਦੂਸ਼ਕਾਂ ਦੇ ਸੰਪਰਕ ਵਿੱਚ ਆਉਣ ਨਾਲ SARS-CoV-2 ਵਾਇਰਸ ਦੇ ਸੰਕਰਮਣ ਦਾ ਜੋਖਮ ਵੱਧ ਜਾਂਦਾ ਹੈ। ਜਾਮਾ ਨੈਟਵਰਕ ਓਪਨ ਵਿੱਚ ਪ੍ਰਕਾਸ਼ਿਤ ਅਧਿਐਨ ਨੇ ਸਕਾਰਾਤਮਕ ਟੈਸਟ ਤੋਂ ਇੱਕ ਦਿਨ ਪਹਿਲਾਂ ਕਣ ਪਦਾਰਥ PM10 ਅਤੇ PM2.5 ਅਤੇ ਬਲੈਕ ਕਾਰਬਨ ਦੇ ਸੰਪਰਕ ਵਿੱਚ ਆਉਣ ਅਤੇ ਕੋਰੋਨਾ ਪੋਜ਼ਿਟਿਵ ਹੋਣ ਦੇ ਵਿਚਕਾਰ ਸੰਬੰਧ ਨੂੰ ਨੋਟ ਕੀਤਾ। ਹਾਲਾਂਕਿ ਖੋਜਕਰਤਾਵਾਂ ਨੂੰ ਲਾਗ ਦੇ ਜੋਖਮ ਅਤੇ ਨਾਈਟ੍ਰੋਜਨ ਆਕਸਾਈਡ ਵਿਚਕਾਰ ਕੋਈ ਸੰਬੰਧ ਨਹੀਂ ਮਿਲਿਆ। ਸਵੀਡਿਸ਼ ਸਥਿਤ ਕੈਰੋਲਿੰਸਕਾ ਇੰਸਟੀਚਿਊਟ ਦੇ ਇੰਸਟੀਚਿਊਟ ਫਾਰ ਐਨਵਾਇਰਨਮੈਂਟਲ ਮੈਡੀਸਨ ਦੀ ਐਸੋਸੀਏਟ ਪ੍ਰੋਫੈਸਰ ਓਲੇਨਾ ਗਰੂਜ਼ੀਵਾ ਨੇ ਕਿਹਾ, ਸਾਡੇ ਅਧਿਐਨ ਦੇ ਨਤੀਜੇ ਇਸ ਗੱਲ ਦਾ ਸਬੂਤ ਦਿੰਦੇ ਨੇ ਕਿ ਹਵਾ ਪ੍ਰਦੂਸ਼ਣ ਵੀ COVID-19 ਦੇ ਫੈਲਣ ਲਈ ਜ਼ਿੰਮੇਵਾਰ ਹੈ ਅਤੇ ਜੇਕਰ ਹਵਾ ਦੀ ਗੁਣਵੱਤਾ ਨੂੰ ਠੀਕ ਕੀਤਾ ਜਾਂਦਾ ਹੈ ਤਾਂ ਇਸ ਦੇ ਮਹੱਤਵਪੂਰਨ ਲਾਭ ਹੋ ਸਕਦੇ ਨੇ। ਬਾਹਰੀ ਹਵਾ ਵਿੱਚ ਪ੍ਰਦੂਸ਼ਕ ਸਾਹ ਦੀਆਂ ਲਾਗਾਂ ਜਿਵੇਂ ਕਿ ਇਨਫਲੂਐਂਜ਼ਾ ਅਤੇ SARS ਦੇ ਜ਼ੋਖਮ ਨੂੰ ਵਧਾ ਸਕਦੇ ਨੇ। ਅਧਿਐਨ ਨੇ ਇਹ ਵੀ ਪਾਇਆ ਕਿ COVID-19 ਦੇ ਜ਼ਿਆਦਾ ਮਾਮਲੇ ਹਵਾ ਦੀ ਗੁਣਵੱਤਾ ਵਾਲੇ ਖੇਤਰਾਂ ਵਿੱਚ ਸਾਹਮਣੇ ਆਏ ਨੇ। ਇੱਕ ਤਾਜ਼ਾ ਅਧਿਐਨ ਵਿੱਚ ਸਟਾਕਹੋਮ, ਸਵੀਡਨ ਵਿੱਚ ਖੋਜਕਰਤਾਵਾਂ ਨੇ ਨੌਜਵਾਨਾਂ ਦੇ ਘਰਾਂ ਦੇ ਆਲੇ ਦੁਆਲੇ ਵਿੱਚ ਹਵਾ ਪ੍ਰਦੂਸ਼ਣ ਦੇ ਸੰਪਰਕ ਦੇ ਜੋਖਮ ਅਤੇ PCR ਟੈਸਟਾਂ ਵਿੱਚ SARS-CoV-2 ਦੇ ਅੰਕੜਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ। ਇਸ ਵਿੱਚ 425 ਨੌਜਵਾਨ ਸ਼ਾਮਿਲ ਸਨ ਜੋ ਮਈ 2020 ਤੋਂ ਮਾਰਚ 2021 ਦੇ ਅੰਤ ਤੱਕ ਕੋਵਿਡ ਪੋਜ਼ਿਟਿਵ ਪਾਏ ਗਏ ਸਨ। ਦੂਜੇ ਪਾਸੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜ਼ਿਆਦਾਤਰ ਬੱਚੇ ਹਲਕੇ ਬਿਮਾਰ ਨੇ। ਇੰਨਾ ਹੀ ਨਹੀਂ, ਜੇਕਰ ਲੱਛਣਾਂ ਦੇ ਆਧਾਰ ਤੇ ਇਲਾਜ ਕੀਤਾ ਜਾਵੇ ਤਾਂ ਉਹ ਜਲਦੀ ਠੀਕ ਵੀ ਹੋ ਸਕਦੇ ਨੇ। ਸਮਾਚਾਰ ਏਜੰਸੀ PTI ਦੀ ਰਿਪੋਰਟ ਦੇ ਅਨੁਸਾਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਵੈਕਸੀਨ ਲਈ ਯੋਗ ਬੱਚਿਆਂ ਨੂੰ ਐਂਟੀ-ਕੋਵਿਡ ਵੈਕਸੀਨ ਦੀ ਲੋੜੀਂਦੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਅੱਜ ਯਾਨੀ 22 ਅਪ੍ਰੈਲ ਨੂੰ ਵਰਲਡ ਅਰਥ ਡੇ ਹੈ। ਤੁਹਾਨੂੰ ਸਾਰਿਆਂ ਨੂੰ ਇਸ ਦਿਨ ਦੀਆਂ ਮੁਬਾਰਕਾਂ। ਔਰ ਆਓ ਸਾਰੇ ਮਿਲ ਕੇ ਇਹ ਆਪਣੇ ਆਪ ਨਾਲ ਪ੍ਰੋਮਿਸ ਕਰੀਏ ਕਿ ਅਸੀਂ ਆਪਣੀ ਐਨਵਾਇਰਨਮੈਂਟ ਦਾ ਪੂਰਾ ਖਿਆਲ ਰੱਖਾਂਗੇ। ਇਹ ਸਨ ਅੱਜ ਦੀਆਂ ਕੁਝ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ਼੍ਰੀ ਅਕਾਲ ਜੀ।